Hello students, this is Dr. Amit Juneja, lecturer economics, Shahid Balwinder Singh, Government Senior Secondary Smart School, ਸਾਬੂਆਣਾ ਡਿਸਟ੍ਰਿਕਟ ਫਾਜ਼ਿਲਕਾ। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਆਪਾਂ ਆਪਣਾ ਨਵਾਂ ਲੈਸਨ ਜਿਹੜਾ ਹੈ ਉਹ ਸਟਾਰਟ ਕਰਨ ਜਾ ਰਹੇ ਹਾਂ ਜੋ ਕਿ ਹੈ ਪੂਰਤੀ ਦਾ ਸਿਧਾਂਤ। ਤਾਂ ਆਪਣਾ ਅਗਲਾ ਲੈਸਨ ਜਿਹੜਾ ਹੈ ਉਹ ਹੈ ਪੂਰਤੀ ਦਾ ਸਿਧਾਂਤ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਕਿ ਆਪਾਂ ਇਸ ਚੈਪਟਰ ਦੇ ਵਿੱਚ ਆਪਾਂ ਕੀ ਪੜ੍ਹਨਾ ਹੈ। ਤਾਂ ਇਸ ਚੈਪਟਰ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਤੇ ਇਸ ਚੈਪਟਰ ਦੇ ਵਿੱਚ ਆਪਾਂ ਕੀ ਕਰਨਾ ਹੈ ਉਹ ਦੱਸਣ ਤੋਂ ਪਹਿਲਾਂ ਆਪਾਂ ਇੱਕ ਗੱਲ ਕਲੀਅਰ ਕਰ ਲਈਏ ਵੀ ਜਿਹੜਾ ਆਪਣਾ ਪੂਰਤੀ ਦਾ ਸਿਧਾਂਤ ਚੈਪਟਰ ਹੈ ਇਹ ਆਪਣੇ ਮੰਗ ਦਾ ਸਿਧਾਂਤ ਜਿਹੜਾ ਆਪਾਂ ਚੈਪਟਰ ਕੀਤਾ ਸੀ ਉਹਦੇ ਨਾਲ ਬਿਲਕੁਲ ਜੁੜਿਆ ਹੋਇਆ ਹੈ। ਮਤਲਬ ਅਗਰ ਤੁਸੀਂ ਪੂਰਤੀ ਦਾ ਸਿਧਾਂਤ ਚੈਪਟਰ ਸਮਝਣਾ ਹੈ ਇਹਦੇ ਵਿੱਚ ਸਾਰੇ ਕਨਸੈਪਟ ਕਲੀਅਰ ਕਰਨੇ ਨੇ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਮੰਗ ਦਾ ਸਿਧਾਂਤ ਚੈਪਟਰ ਜਿਹੜਾ ਹੈ ਉਹ ਕਲੀਅਰ ਹੋਣਾ ਚਾਹੀਦਾ ਹੈ। ਨੰਬਰ 2 ਜਿਹੜਾ ਆਪਾਂ ਮੰਗ ਦੀ ਲੋਚ ਵਾਲਾ ਚੈਪਟਰ ਕੀਤਾ ਸੀ ਉਹ ਕਲੀਅਰ ਹੋਣਾ ਚਾਹੀਦਾ ਹੈ। ਅਗਰ ਤੁਹਾਨੂੰ ਮੰਗ ਦਾ ਸਿਧਾਂਤ ਤੇ ਮੰਗ ਦੀ ਲੋਚ ਵਾਲਾ ਚੈਪਟਰ ਜਿਹੜਾ ਹੈ ਉਹ ਕਲੀਅਰ ਹੈ ਤਾਂ ਇਹ ਤੁਹਾਨੂੰ ਆਰਾਮ ਨਾਲ ਚੈਪਟਰ ਸਮਝ ਆ ਜਾਏਗਾ ਕਿਉਂਕਿ ਜੋ ਚੀਜ਼ਾਂ ਆਪਾਂ ਮੰਗ ਦੇ ਸਿਧਾਂਤ ਤੇ ਮੰਗ ਦੀ ਲੋਚ ਵਾਲੇ ਚੈਪਟਰ ਦੇ ਵਿੱਚ ਕੀਤੀਆਂ ਸੀ ਬਿਲਕੁਲ ਉਹੀ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਪੂਰਤੀ ਦੇ ਸਿਧਾਂਤ ਦੇ ਵਿੱਚ ਜਿਹੜਾ ਹੈ ਉਹ ਆਪਾਂ ਕਰਾਂਗੇ। ਇਸ ਚੈਪਟਰ 'ਚ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਐਕਚੁਅਲੀ ਪੂਰਤੀ ਕੀ ਚੀਜ਼ ਹੁੰਦੀ ਹੈ। ਨੰਬਰ 2 ਆਪਾਂ ਦੇਖਾਂਗੇ ਕਿ ਇੱਕ ਵਰਡ ਹੁੰਦਾ ਹੈ ਪੂਰਤੀ, ਇੱਕ ਹੁੰਦਾ ਹੈ ਪੂਰਤੀ ਦੀ ਮਾਤਰਾ। ਤਾਂ ਪੂਰਤੀ ਤੇ ਪੂਰਤੀ ਦੀ ਮਾਤਰਾ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ। ਤੀਸਰਾ ਆਪਾਂ ਗੱਲ ਕਰਾਂਗੇ ਕਿ ਪੂਰਤੀ ਤਾਲਿਕਾ ਜਾਂ ਪੂਰਤੀ ਸੂਚੀ ਕੀ ਚੀਜ਼ ਹੁੰਦੀ ਹੈ, ਉਹਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ। ਪੂਰਤੀ ਵਕਰ ਕੀ ਚੀਜ਼ ਹੁੰਦੀ ਹੈ, ਉਹਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ। ਪੂਰਤੀ ਦਾ ਨਿਯਮ ਕੀ ਚੀਜ਼ ਕਹਿੰਦਾ ਹੈ, ਪੂਰਤੀ ਦੇ ਨਿਯਮ ਦੀਆਂ ਮਾਨਤਾਵਾਂ ਕੀ ਨੇ, ਪੂਰਤੀ ਦੇ ਨਿਯਮ ਦੇ ਅਪਵਾਦ ਕੀ ਨੇ। ਪੂਰਤੀ ਦੇ ਵਿੱਚ ਅੱਗੇ ਧਾਰਨਾਵਾਂ ਆਉਣਗੀਆਂ ਜਿਹਨੂੰ ਆਪਾਂ ਨਾਮ ਦੇਵਾਂਗੇ ਪੂਰਤੀ ਵਿੱਚ ਸੰਕੁਚਨ, ਪੂਰਤੀ ਵਿੱਚ ਵਿਸਥਾਰ, ਪੂਰਤੀ ਵਿੱਚ ਵਾਧਾ, ਪੂਰਤੀ ਵਿੱਚ ਕਮੀ। ਇਹ ਕੀ ਚੀਜ਼ਾਂ ਨੇ। ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਜਿਹੜੇ ਨੇ ਜਾਂ ਪੂਰਤੀ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਜਿਹੜੇ ਨੇ ਉਹ ਕਿਹੜੇ ਨੇ। ਪੂਰਤੀ ਦੀ ਲੋਚ ਕੀ ਚੀਜ਼ ਹੁੰਦੀ ਹੈ, ਪੂਰਤੀ ਦੀ ਲੋਚ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ, ਪੂਰਤੀ ਦੀ ਲੋਚ ਨੂੰ ਕਿਹੜੇ ਤੱਤ ਨਿਰਧਾਰਿਤ ਕਰਦੇ ਨੇ, ਪੂਰਤੀ ਦੀ ਲੋਚ ਨੂੰ ਮਾਪਣ ਦੀਆਂ ਵਿਧੀਆਂ ਕਿਹੜੀਆਂ ਨੇ ਤੇ ਲਾਸਟ ਦੇ ਵਿੱਚ ਜਾ ਕੇ ਆਪਾਂ ਕਰਾਂਗੇ ਪੂਰਤੀ ਦੀ ਲੋਚ ਦੇ ਨਿਊਮੈਰੀਕਲਸ। ਤਾਂ ਜੋ ਚੀਜ਼ਾਂ ਆਪਾਂ ਮੰਗ ਦੇ ਸਿਧਾਂਤ ਤੇ ਮੰਗ ਦੀ ਲੋਚ ਵਾਲੇ ਚੈਪਟਰ 'ਚ ਕੀਤੀਆਂ ਸੀ ਬਿਲਕੁਲ ਉਹੀ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਪੂਰਤੀ ਦੇ ਵਿੱਚ ਜਿਹੜਾ ਹੈ ਉਹ ਕਰਨੀਆਂ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੇ ਪੂਰਤੀ ਦੇ ਮੀਨਿੰਗ ਤੋਂ ਕਿ ਐਕਚੁਅਲੀ ਪੂਰਤੀ ਜਿਹੜੀ ਹੈ ਉਹ ਕੀ ਚੀਜ਼ ਹੁੰਦੀ ਹੈ। ਤਾਂ ਇਹ ਜਿਹੜਾ ਚੈਪਟਰ ਹੈ ਇਹ ਆਪਣੇ ਪਿਛਲੇ ਚੈਪਟਰ ਜਿਹੜਾ ਆਪਾਂ ਕੀਤਾ ਸੀ ਉਤਪਾਦਨ ਫਲਨ ਉਹਦੇ ਨਾਲ ਜਿਹੜਾ ਹੈ ਉਹ ਜੁੜਿਆ ਹੋਇਆ ਹੈ। ਤਾਂ ਆਪਾਂ ਆਪਣੇ ਪਿਛਲੇ ਚੈਪਟਰ ਦੇ ਵਿੱਚ ਗੱਲ ਕੀਤੀ ਵੀ ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਉਤਪਾਦਨ ਹੁੰਦਾ ਹੈ। ਠੀਕ ਹੈ। ਤਾਂ ਉਤਪਾਦਨ ਕਿਵੇਂ ਹੁੰਦਾ ਵੀ ਜਿਹੜਾ ਉਤਪਾਦਕ ਹੈ ਉਹ ਕੀ ਕਰਦਾ ਹੈ, ਉਹ ਉਤਪਾਦਨ ਦੇ ਜਿਹੜੇ ਸਾਧਨ ਨੇ ਉਹਨਾਂ ਨੂੰ ਕੰਮ ਤੇ ਲਾਉਂਦਾ ਹੈ। ਤਾਂ ਆਪਾਂ ਗੱਲ ਕੀਤੀ ਵੀ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਕਿੰਨੀ ਤਰ੍ਹਾਂ ਦੇ ਹੋਣਗੇ। ਆਪਾਂ ਕਿਹਾ ਵੀ ਇਹ ਉਤਪਾਦਨ ਦੇ ਜਿਹੜੇ ਸਾਧਨ ਨੇ ਇਹ ਕਿੰਨੀ ਤਰ੍ਹਾਂ ਦੇ ਹੋਣਗੇ ਇਹ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਅਲਪਕਾਲ 'ਚ ਗੱਲ ਕਰਦੇ ਪਏ ਆ ਕਿ ਆਪਾਂ ਦੀਰਘਕਾਲ 'ਚ ਗੱਲ ਕਰਦੇ ਪਏ ਆ। ਕਿਉਂਕਿ ਜੇ ਆਪਾਂ ਅਲਪਕਾਲ ਦੀ ਗੱਲ ਕਰੀਏ, ਹੁਣ ਅਲਪਕਾਲ ਆਪਾਂ ਕਿਹਾ ਸੀ ਵੀ ਥੋੜਾ ਸਮਾਂ ਜਿਹੜਾ ਹੈ ਉਹ ਹੋਇਆ ਕਰਦਾ ਹੈ। ਤਾਂ ਬਹੁਤ ਸਾਰੇ ਬੱਚਿਆਂ ਨੇ ਮੈਨੂੰ ਕਮੈਂਟ ਕਰਕੇ ਪੁੱਛਿਆ ਮੇਰੇ YouTube ਚੈਨਲ ਤੇ ਵੀ ਸਰ ਅਲਪਕਾਲ ਜਿਹੜਾ ਹੈ ਉਹ ਆਪਾਂ ਕਿੰਨਾ ਟਾਈਮ ਲੈ ਕੇ ਚੱਲਾਂਗੇ। ਤਾਂ ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ ਕਿ ਅਲਪਕਾਲ ਜਿਹੜਾ ਹੈ ਉਹਦਾ ਕੋਈ ਟਾਈਮ ਪੀਰੀਅਡ ਫਿਕਸ ਨਹੀਂ ਹੈਗਾ। ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਲਪਕਾਲ ਜਿਹੜਾ ਹੈ ਉਹ ਹਫਤੇ ਦਾ ਹੈ ਕਿ 10 ਦਿਨ ਦਾ ਹੈ ਕਿ 1 ਸਾਲ ਦਾ ਹੈ ਕਿ 5 ਸਾਲ ਦਾ ਹੈ, ਕੋਈ ਟਾਈਮ ਪੀਰੀਅਡ ਫਿਕਸ ਨਹੀਂ ਹੈਗਾ। ਜਿੰਨੀ ਦੇਰ ਤੱਕ ਤੁਹਾਨੂੰ ਇਹ ਲੱਗਦਾ ਹੈ ਇੱਕ ਉਤਪਾਦਕ ਹੋਣ ਦੇ ਨਾਤੇ ਵੀ ਕੁਝ ਸਾਧਨ ਅਜਿਹੇ ਨੇ ਜਿਨ੍ਹਾਂ ਨੂੰ ਤੁਸੀਂ ਬਦਲ ਨਹੀਂ ਪਾ ਰਹੇ, ਠੀਕ, ਤਾਂ ਉਨੀ ਦੇਰ ਤੱਕ ਅਲਪਕਾਲ ਹੈ। ਜਿਸ ਦਿਨ ਤੁਹਾਨੂੰ ਲੱਗਣਾ ਸ਼ੁਰੂ ਹੋ ਗਿਆ ਇੱਕ ਉਤਪਾਦਕ ਹੋਣ ਦੇ ਨਾਤੇ ਵੀ ਆਪਾਂ ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਬਦਲ ਪਾ ਰਹੇ ਆ, ਮਤਲਬ ਸਾਡੇ ਕੋਲ ਇੰਨਾ ਟਾਈਮ ਹੈਗਾ ਕਿ ਹੁਣ ਕੋਈ ਵੀ ਉਤਪਾਦਨ ਦਾ ਸਾਧਨ ਜਿਹੜਾ ਹੈ ਉਹ ਸਥਿਰ ਨਹੀਂ ਹੈਗਾ। ਮਤਲਬ ਅਸੀਂ ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਬਦਲ ਸਕਦੇ ਹਾਂ। ਤਾਂ ਉਦੋਂ ਕੀ ਹੋਏਗਾ, ਦੀਰਘਕਾਲ ਜਿਹੜਾ ਉਹ ਸ਼ੁਰੂ ਹੋ ਜਾਏਗਾ। ਤਾਂ ਜਿਹੜਾ ਅਲਪਕਾਲ ਹੈ ਜਾਂ ਜੋ ਦੀਰਘਕਾਲ ਹੈ ਇਹ ਹਰੇਕ ਉਦਯੋਗ
ਦਾ ਵੱਖਰਾ ਵੱਖਰਾ ਹੁੰਦਾ ਹੈ। ਕਿਸੇ 'ਚ ਇੱਕ ਹਫਤਾ ਜਿਹੜਾ ਹੈ ਉਹ ਕੀ ਹੋ ਸਕਦਾ ਹੈ, ਦੀਰਘਕਾਲ ਹੋ ਸਕਦਾ ਹੈ, ਤੇ ਕਿਸੇ 'ਚ ਵੀ ਹੋ ਸਕਦਾ ਹੈ ਕਿ 5 ਸਾਲ ਵੀ ਅਲਪਕਾਲ ਹੋਣ। ਕੋਈ ਟਾਈਮ ਪੀਰੀਅਡ ਫਿਕਸ ਨਹੀਂ ਹੈ। ਤਾਂ ਇਹ ਸਿਰਫ ਜਿਹੜਾ ਹੈ ਉਹ ਜਿਹੜੇ ਉਤਪਾਦਨ ਦੇ ਸਾਧਨ ਨੇ ਉਹਨਾਂ ਦੇ ਸੁਭਾਅ ਤੇ ਨਿਰਭਰ ਕਰਦਾ ਹੈ ਵੀ ਜਿੰਨੀ ਦੇਰ ਤੱਕ ਕੁਝ ਸਾਧਨ ਅਜਿਹੇ ਨੇ ਜਿਹੜੇ ਸਥਿਰ ਨੇ, ਜਿਹਨੂੰ ਤੁਸੀਂ ਬਦਲ ਨਹੀਂ ਸਕਦੇ, ਉਨੀ ਦੇਰ ਤੱਕ ਸਮਝੋ ਕਿ ਸਥਿਰ ਜਿਹੜਾ ਤੁਹਾਡਾ ਅਲਪਕਾਲ ਜਿਹੜਾ ਹੈ ਉਹ ਚੱਲਦਾ ਪਿਆ। ਤਾਂ ਅਲਪਕਾਲ 'ਚ ਕੀ ਹੋਏਗਾ ਵੀ ਜਿੰਨੇ ਵੀ ਉਤਪਾਦਨ ਦੇ ਸਾਧਨ ਹੋਣਗੇ ਉਹ ਦੋ ਤਰ੍ਹਾਂ ਦੇ ਹੋਣਗੇ। ਇੱਕ ਹੋਣਗੇ ਜਿਹਨੂੰ ਆਪਾਂ ਨਾਮ ਦੇਾਂਗੇ ਸਥਿਰ ਸਾਧਨ, ਇੱਕ ਹੋਣਗੇ ਜਿਹਨੂੰ ਆਪਾਂ ਨਾਮ ਦੇਾਂਗੇ ਪਰਿਵਰਤਨਸ਼ੀਲ ਸਾਧਨ। ਜੇਕਰ ਆਪਾਂ ਦੀਰਘ ਕਾਲ ਦੀ ਗੱਲ ਕਰੀਏ ਤਾਂ ਦੀਰਘ ਕਾਲ ਦੇ ਵਿੱਚ ਜਿੰਨੇ ਵੀ ਸਾਧਨ ਹੋਣਗੇ ਉਹ ਕੀ ਹੋਣਗੇ, ਉਹ ਹੋਣਗੇ ਪਰਿਵਰਤਨਸ਼ੀਲ ਸਾਧਨ। ਤਾਂ ਆਪਾਂ ਕੀ ਕਰਾਂਗੇ, ਚਾਹੇ ਅਲਪਕਾਲ ਹੈ, ਚਾਹੇ ਦੀਰਘ ਕਾਲ ਹੈ, ਚਾਹੇ ਸਥਿਰ ਸਾਧਨ ਨੇ, ਚਾਹੇ ਪਰਿਵਰਤਨਸ਼ੀਲ ਸਾਧਨ ਨੇ, ਚਾਹੇ ਸਾਰੇ ਦੇ ਸਾਰੇ ਪਰਿਵਰਤਨਸ਼ੀਲ ਸਾਧਨ ਨੇ, ਆਪਾਂ ਕੀ ਕਰਾਂਗੇ, ਇਹਨਾਂ ਸਾਧਨਾਂ ਨੂੰ ਜਿਹੜਾ ਹੈ ਉਹ ਆਪਾਂ ਕੰਮ ਤੇ ਲਾਵਾਂਗੇ। ਕੰਮ ਤੇ ਲਾ ਕੇ ਕੀ ਹੋਏਗਾ, ਆਪਾਂ ਇਹਨਾਂ ਤੋਂ ਕੀ ਕਰਾਂਗੇ, ਉਤਪਾਦਨ ਕਰਾਵਾਂਗੇ। ਹੁਣ ਜੇਕਰ ਇੱਕ ਉਤਪਾਦਕ ਜਿਹੜਾ ਹੈ ਉਹ ਉਤਪਾਦਨ ਕਰਾ ਰਿਹਾ ਹੈ ਤਾਂ ਉਹ ਕਿਉਂ ਕਰਾ ਰਿਹਾ ਹੈ, ਗੱਲ ਸੋਚਣ ਵਾਲੀ ਹੈ। ਹੁਣ ਉਹਦਾ ਮਕਸਦ ਇਹ ਤਾਂ ਨਹੀਂ ਹੈ ਵੀ ਜੋ ਉਹਨੇ ਚੀਜ਼ਾਂ ਬਣਾਈਆਂ ਨੇ ਉਹ ਕੀ ਕਰੇ, ਉਹਨਾਂ ਨੂੰ ਘਰੇ ਰੱਖ ਲਵੇ ਬਣਾ ਕੇ। ਹੁਣ ਜੇ ਕੋਈ ਉਤਪਾਦਕ ਉਤਪਾਦਨ ਕਰਾ ਰਿਹਾ ਹੈ ਤਾਂ ਕਿਉਂ ਕਰਾ ਰਿਹਾ ਹੈ, ਤਾਂ ਕਿ ਉਹ ਜਿੰਨਾ ਉਤਪਾਦਨ ਕਰਾਏਗਾ ਉਹਦੇ ਵਿੱਚੋਂ ਉਹਨੇ ਕੀ ਕਰਨਾ ਹੈ, ਬਾਜ਼ਾਰ 'ਚ ਵੇਚਣਾ ਹੈ। ਹੁਣ ਜਿੰਨਾ ਉਤਪਾਦਨ ਕਰਾਏਗਾ, ध्यान नाल सोचना, लाइन बड़ी इंपॉर्टेंट बोलन जा रहे हैं कि जिन्ना उत्पादन कराएगा उनका मकसद ये है कि उन्हें उन्होंने बाजार दे विच बेचना है। हुण या तां की हो सकता है कि वो जिन्ना उत्पादन कर रहा है सारे दा सारा उत्पादन बाजार दे विच बेचण दी कोशिश करेगा, या की होएगा कई बार कुछ ऐसा भी होएगा, हालात ऐसे पैदा हो जाएंगे कि उन्हें जिन्ना उत्पादन किया है वो सारा उत्पादन बाजार दे विच नहीं बेच पाएगा। मतलब कुछ सामान हो सकता उनके कोल ना विके, ਤਾਂ ਜਿੰਨਾ ਉਤਪਾਦਨ ਹੋਏਗਾ, ਜਿਹੜਾ ਉਹ ਸਮਾਨ ਬਾਜ਼ਾਰ ਦੇ ਵਿੱਚ ਭੇਜੇਗਾ ਉਸ ਤੋਂ ਜ਼ਿਆਦਾ ਨਹੀਂ ਹੋ ਸਕਦਾ। ਮੰਨ ਲਓ ਕਿ ਇੱਕ ਉਤਪਾਦਕ ਨੇ ਇਸ ਤਰ੍ਹਾਂ ਦੇ 100 ਮਾਰਕਰ ਬਣਾਏ, ਮਤਲਬ ਉਹਦੇ ਕੋਲ ਇਸ ਟਾਈਮ 100 ਮਾਰਕਰ ਜਿਹੜੇ ਨੇ ਉਹ ਮੌਜੂਦ ਨੇ। ਜੇ ਉਹਨੇ ਬਾਜ਼ਾਰ 'ਚ ਵੇਚਣੇ ਆ ਤਾਂ ਵੱਧ ਤੋਂ ਵੱਧ ਕਿੰਨੇ ਵੇਚ ਲੇਗਾ, 100 ਵੇਚੇਗਾ, ਕਿਉਂਕਿ ਹੈਗੇ ਹੀ 100 ਨੇ। ਹੁਣ ਜਾਂ ਤਾਂ 100 ਵੇਚੇਗਾ ਜਾਂ 100 ਤੋਂ ਘੱਟ ਵੇਚ ਪਾਏਗਾ। 120 ਕਿਵੇਂ ਵੇਚ ਲੇਗਾ, ਕਿਉਂਕਿ 120 ਤਾਂ ਉਹਦੇ ਕੋਲ ਹੈ ਹੀ ਨਹੀਂ। यानी जिन्नियां चीज़ां वो बाजार दे विच भेजेगा विकन वास्ते वो कदे भी उत्पादन तो ज्यादा नहीं हो सकदियां। मतलब जिन्ना उत्पादन होएगा ज्यादा तो ज्यादा उन्नियां ही चीज़ां जड़ियां ने वो बाजार च भेज पाएगा। तां पूर्ति दा मीनिंग जिहड़ा ना वो बड़ा टेक्निकल ले लिया जाता है, बट पूर्ति दा मीनिंग बहुत सिंपल है। की चीज़ है भी एक उत्पादक ने की कीता, उत्पादन कीता, ठीक। उत्पादन करने वास्ते की कीता, उत्पादन दे साधन लगाए। हुण उत्पादन दे साधन स्थिर परिवर्तनशील लगाए, उत्पादन कीता। जो उत्पादन कीता उन्हें की कीता, उस उत्पादन नू बाजार विच भेजिया, ठीक है। हुण जिहड़ा उन्हें बाजार दे विच भेजिया, किस वास्ते भेजिया, विकन वास्ते। तां बाजार विच भेजिया किस वास्ते, विकन लई, भी मेरा उत्पादन जिहड़ा है वो की होवे, बाजार में जावे ते विक जावे। विकेगा तो मैनू पैसे मिलणगे, जो पैसे मिलणगे वो की होएगा, वो होएगी आमदन। वो की होएगा, आमदन। तां उन्हें की कीता, बाजार च विकण लई उत्पादन भेजिया। जो उत्पादन उन्हें भेजिया उन्होंने आपां की कवांगे, उन्होंने आपां कवांगे पूर्ति, ठीक। हाली मीनिंग पूरा नहीं बनया, हाले आप थोड़ा बहुत उनका मीनिंग होर जेड़ा है डिफाइन करांगे, इहदे थोड़ियां चीज़ां आपां होर ऐड करांगे, पर मोटे तौर ते आपां मीनिंग निकाल सकदे हां कि जदों एक उत्पादक ने उत्पादन कीता तां उस उत्पादन नूं उन्हें विकण लई बाजार दे विच भेजिया। तां जिन्नियां चीज़ां उन्हें बाजार दे विच विकण वास्ते भेजियां, ध्यान नाल, जिन्नियां बनाइयां ओ नहीं, जिन्नियां उन्हें बाजार दे विच भेजियां विकण वास्ते, उस चीज नूं आपां की कवांगे, उन्होंने आपां पूर्ति कवांगे। मतलब कहंदा की है, मान लो कि मैं कहां कि इस मार्कर दा उन्हें 100 मार्कर बनाए, तो मैं कहूंगा 100 मार्कर दा उत्पादन होया। वो कहता मैं हाली ना 100 मार्कर तो बाजार च नहीं भेजने, मैं इहदे चों 80 मार्कर बाजार च भेजूंगा। यानी बनाए हुण 100, भेजे किन्ने 80, तो मैं कहूंगा कि पूर्ति किन्ने दी हुई है, पूर्ति 80
ਮਾਰਕਰ ਦੀ ਹੋਈ ਹੈ, ਯਾਨੀ ਕਿ ਉਤਪਾਦਨ ਕਿੰਨੇ ਦਾ ਸੀ 100 ਮਾਰਕਰ ਦਾ, ਬਟ ਪੂਰਤੀ ਕਿੰਨੇ ਦੀ ਹੋਈ 80 ਮਾਰਕਰ ਦੀ। ਤਾਂ ਜਿੰਨਾ ਉਤਪਾਦਨ ਹੋਇਆ ਉਹਦੇ ਵਿੱਚੋਂ ਜਿੰਨੀਆਂ ਚੀਜ਼ਾਂ ਬਾਜ਼ਾਰ ਦੇ ਵਿੱਚ ਵਿਕਣ ਵਾਸਤੇ ਭੇਜੀਆਂ ਗਈਆਂ ਉਹਨੂੰ ਆਪਾਂ ਕੀ ਕਵਾਂਗੇ, ਉਹਨੂੰ ਆਪਾਂ ਪੂਰਤੀ ਕਵਾਂਗੇ। ਠੀਕ ਹੋ ਗਿਆ, ਇਹ ਮੋਟਾ ਮੋਟਾ ਮੀਨਿੰਗ ਹੈ। ਹੁਣ ਆਪਾਂ ਨੂੰ ਥੋੜਾ ਜਿਹਾ ਹੋਰ ਐਕਸਪਲੇਨ ਕਰ ਲੈਂਦੇ ਆ ਕਿ ਹੁਣ ਸੋਚੋ ਵੀ ਇੱਕ ਉਤਪਾਦਕ ਕਹਿੰਦਾ ਹੈ ਕਿ ਮੈਂ ਉਤਪਾਦਨ ਕਰ ਰਿਹਾ 100 ਮਾਰਕਰ ਦਾ, ਠੀਕ ਹੈ। ਤਾਂ ਆਪਾਂ ਤੇ ਥੋੜਾ ਟੇਬਲ ਬਣਾਉਂਦੇ ਆ ਉਸ ਚੀਜ਼ ਦਾ। ਤਾਂ ਉਤਪਾਦਨ ਹੋਇਆ 100 ਮਾਰਕਰ ਦਾ, ਠੀਕ ਹੈ। ਪਰ ਮੈਂ ਕਿਹਾ ਵੀ ਉਹਦੇ ਵਿੱਚੋਂ ਉਹਨੇ ਬਾਜ਼ਾਰ ਦੇ ਵਿੱਚ ਜੋ ਮਾਰਕਰ ਭੇਜੇ ਉਹ ਭੇਜੇ 80, ਠੀਕ ਹੈ। ਤਾਂ ਉਹ ਕਹਿੰਦਾ ਦੇਖੋ ਜੀ ਮੈਂ 100 ਮਾਰਕਰ ਬਣਾ ਰਿਹਾ ਪਰ ਮੈਂ ਬਾਜ਼ਾਰ 'ਚ 80 ਭੇਜ ਰਿਹਾ। ਆਪਾਂ ਕਹਿੰਦਾ ਵੀ ਪੂਰਤੀ ਤਾਂ 80 ਦੀ ਹੋਈ। ਹੁਣ ਕੁਐਸਚਨ ਉੱਠਿਆ ਕਿ ਉਹ ਬਾਕੀ ਵੀ ਮਾਰਕਰ ਕਿਉਂ ਨਹੀਂ ਭੇਜਦਾ ਪਿਆ ਬਾਜ਼ਾਰ ਦੇ ਵਿੱਚ। ਗੱਲ ਸੋਚਣ ਵਾਲੀ ਹੈ ਵੀ ਇੱਕ ਉਤਪਾਦਕ ਅਗਰ ਉਤਪਾਦਨ ਕਰ ਰਿਹਾ ਹੈ ਤਾਂ ਇਸ ਵਾਸਤੇ ਕਰ ਰਿਹਾ ਕਿ ਦੇਖੋ ਜੀ ਮੈਂ ਇਹਦਾ ਚੀਜ਼ਾਂ ਬਾਜ਼ਾਰ 'ਚ ਵੇਚਣੀ ਹੈ। ਹੁਣ ਉਹ ਬਣਾਉਂਦਾ ਪਿਆ 100 ਮਾਰਕਰ, ਬਾਜ਼ਾਰ 'ਚ ਭੇਜਦਾ ਪਿਆ 80 ਮਾਰਕਰ, ਉਹ 20 ਮਾਰਕਰ ਕਿਉਂ ਨਹੀਂ ਭੇਜ ਰਿਹਾ? ਇਹਦੇ ਪਿੱਛੇ ਕਾਰਨ ਕੀ ਹੈ? ਹੋ ਸਕਦਾ ਹੈ ਕਿ ਜੋ ਉਹਨੇ ਕੀਮਤ ਸੋਚੀ ਹੋਈ ਹੈ ਕਿ ਮੈਨੂੰ ਇਸ ਮਾਰਕਰ ਦੀ ਜਿੰਨੀ ਕੀਮਤ ਮਿਲਣੀ ਚਾਹੀਦੀ ਹੈ ਹੋ ਸਕਦਾ ਉਹਨੂੰ ਨਾ ਮਿਲਦੀ ਹੋਵੇ, ਇਸ ਕਰਕੇ ਉਹ ਨਾ ਭੇਜਦਾ ਹੋਵੇ। ਸਪੋਜ਼ ਕਰੋ ਕਿ ਮੰਨ ਲਓ ਆਪਾਂ ਕਹਿੰਦੇ ਆ ਵੀ ਜਦੋਂ ਉਹ ਮਾਰਕਰ ਬਣਾਉਂਦਾ ਤਾਂ ਉਸ ਮਾਰਕਰ ਦੀ ਜਿਹੜੀ ਲਾਗਤ ਆਉਂਦੀ ਹੈ, ਲਾਗਤ ਮਤਲਬ ਉਸ ਮਾਰਕਰ ਨੂੰ ਬਣਾਉਣ ਤੇ ਜੋ ਉਹਨੂੰ ਖਰਚਾ ਪੈਂਦਾ ਹੈ ਉਹ ਆਉਂਦਾ ਹੈ ਉਹਨੂੰ 20 ਰੁਪਏ ਦਾ। ਜਦੋਂ ਉਹ ਉਸ ਨੂੰ ਬਾਜ਼ਾਰ ਦੇ ਵਿੱਚ ਭੇਜਦਾ ਹੈ ਤਾਂ ਉਹਨੂੰ ਕੀਮਤ ਮਿਲਦੀ ਹੈ ਮੰਨ ਲਓ 22 ਰੁਪਏ ਦੀ, ਠੀਕ ਹੈ। ਤਾਂ ਹੁਣ ਦੇਖੋ ਖਰਚਾ ਪਿਆ 20 ਰੁਪਏ, ਉਹਨੂੰ ਬਾਜ਼ਾਰ 'ਚ ਰੇਟ ਮਿਲਦਾ ਪਿਆ 22 ਰੁਪਏ, ਮਤਲਬ ਉਹਨੂੰ 2 ਰੁਪਏ ਦੇ ਮੁਨਾਫੇ ਹੁੰਦੇ ਪਏ ਨੇ, ਠੀਕ ਹੈ। ਹੁਣ ਉਹ ਕਹਿੰਦਾ ਹੈ ਕਿ ਅਗਰ ਮੈਂ 100 ਦੇ 100 ਮਾਰਕਰ ਬਾਜ਼ਾਰ 'ਚ ਭੇਜ ਦਿਆਂ, ਹੋ ਸਕਦਾ ਹੈ ਕੱਲ ਨੂੰ ਰੇਟ 22 ਦਾ 25 ਹੋ ਜਾਵੇ, ਮੈਨੂੰ ਹੋ ਸਕਦਾ 5 ਰੁਪਏ ਦਾ ਮੁਨਾਫਾ ਹੋਣਾ ਸ਼ੁਰੂ ਹੋ ਜਾਵੇ। तो की करता है वो बंदा थोड़े जे मार्कर आदि को बचा के रख लेंदा है भी जो रेट ਵਧੇਗਾ ना मैं उदों पे जाऊंगा, उदों मैं ज्यादा मुनाफे कमाऊंगा। मतलब वो किन्नियां चीज़ां बाजार दे विच भेजेगा ये इस गल ते निर्भर करता है कि उन्होंने बाजार दे विच अपनी चीज़ दी किन्नी कीमत जिहड़ी है वो मिल रही है। अगर सपोज करो भी उन्होंने लगता है कि इस टाइम रेट चलता पे 25 रुपए, लागत पैंदी पे 20 रुपए की, कीमत मिलती पे 25 रुपए की। एक उत्पादक ਨੂੰ लगता है कि देखो मैं जिन्ना मर्जी जोर ला लवां, हर एक उत्पादक ਨੂੰ पता होता है आदि चीज़ के बारे। ਉਹਨੂੰ लगता है कि मैं भावें पूरा जोर ला लवां मैनू आदि चीज़ दे जो रेट है वो 25 रुपए तो ऊपर तो मिल ही नहीं सकता। मैं पूरी कोशिश कर लवां 25 रुपए तो वध नहीं मिल सकता। वो कहना फिर 25 मिलता पे, फिर वो की करेगा, वो कहेगा भैया जिन्ना उत्पादन किया ना उन्नी पूर्ति कर दो, जिन्नियां चीज़ां पईयां ने सारियां दियां सारियां बेच दिओ जाके, भी इस तो वध रेट नहीं मिल सकता। हुण तां वो की करेगा, वो जिन्ना उत्पादन होएगा उन्नियां ही चीज़ां बाजार दे विच भेज देगा, सारियां दियां सारियां चीज़ां बाजार दे विच बेच देगा। मतलब आपदे कोल वो कोई भी चीज़ जिहड़ी है वो बचा के नहीं रखेगा। मतलब हुण पूर्ति किन्नी होएगी, बाजार दे विच किन्नियां चीज़ां जिहड़ियां ने वो भेजियां जाणगियां, ये इस गल ते निर्भर करता है कि एक उत्पादक जिहड़ा है उन्होंने की होएगा अपनी वस्तु दी किन्नी कीमत जिहड़ी है वो मिल रही है। तो हुण आपां पूर्ति दी प्रॉपर परिभाषा जिहड़ी है वो बनाने आ, ठीक है। तो हुण आपां दो चीज़ां जोड़ियां की जोड़िया आपां ये देखिया भी बाजार दे विच किन्नियां चीज़ां जिहड़ियां ने वो भेजियां जाणगियां, ये किस गल ते निर्भर करता है, ये उस वस्तु दी कीमत जो उस उत्पादक नूं मिल रही है उनके ऊपर निर्भर जिहड़ा है वो करदा है। तो पूर्ति दा परिभाषा, पूर्ति दी डेफिनेशन बनाने जा रहे हैं, वो कहता है पूर्ति तो भाव। अगर परिभाषा पेपर दे विच आ जावे तो किवें लिखांगे, वो कहता है पूर्ति तो भाव किसे एक वस्तु, क्योंकि एक वस्तु ही लेनी है। क्यों लेनी है? क्योंकि आपां व्यष्टि अर्थशास्त्र पढ़ते पे हां। व्यष्टि अर्थशास्त्र कदे भी एक तो ज्यादा नहीं जांदा। ਜਦੋਂ ਆਪਾਂ ਸਮਸ਼ਟੀ ਅਰਥਸ਼ਾਸਤਰ ਪੜਾਂਗੇ ਉਹਦੇ ਚ ਆਪਾਂ ਸਾਰੀਆਂ ਦੀਆਂ ਸਾਰੀਆਂ ਵਸਤੂਆਂ ਦੀ ਗੱਲ ਕਰਾਂਗੇ, ਉਦੋਂ ਜਿਹੜਾ ਆਪਾਂ ਵਰਡ ਯੂਜ਼ ਕਰਾਂਗੇ ਆਪਾਂ ਪੂਰਤੀ ਨਹੀਂ ਬੋਲਾਂਗੇ, ਆਪਾਂ ਬੋਲਾਂਗੇ ਕੁੱਲ ਪੂਰਤੀ, यानी कि टोटल सप्लाई, यानी कि एग्रीगेट सप्लाई। पर क्योंकि आप व्यष्टि पढ़ते पे हां, व्यष्टि विच आपां एक तो ज्यादा गल जिहड़ी है वो नहीं करनी। तां पूर्ति तो भाव किसे एक वस्तु दियां उन्हां
ਮਾਤਰਾਵਾਂ ਤੋਂ ਹੈ, ਠੀਕ ਹੈ ਜੀ, ਕਿਸੇ ਵਸਤੂ ਦੀਆਂ ਉਹਨਾਂ ਮਾਤਰਾਵਾਂ ਤੋਂ ਹੈ ਜਿਨ੍ਹਾਂ ਨੂੰ ਇੱਕ ਉਤਪਾਦਕ, ਕਿਉਂਕਿ ਜਦੋਂ ਆਪਾਂ ਗੱਲ ਕਰਨੀ ਹੈ ਇੱਕ ਵਸਤੂ ਦੀ ਤਾਂ ਆਪਾਂ ਉਤਪਾਦਕ ਵੀ ਕਿੰਨੇ ਲੈਣੇ ਨੇ, ਇੱਕ ਲੈਣੇ ਨੇ, ਇੱਕ ਤੋਂ ਜ਼ਿਆਦਾ ਨਹੀਂ ਜਾਣਾ। ਜਿਨ੍ਹਾਂ ਨੂੰ ਇੱਕ ਉਤਪਾਦਕ ਕੀ ਕਰਦਾ ਹੈ, ਵੱਖ ਵੱਖ ਸੰਭਵ ਕੀਮਤਾਂ ਤੇ, ਠੀਕ ਹੈ, ਵੱਖ ਵੱਖ ਸੰਭਵ ਕੀਮਤਾਂ ਮਤਲਬ ਕਦੇ ਉਹਨੂੰ ਕੀਮਤ ਜਿਹੜੀ ਹੈ ਹੋ ਸਕਦਾ ਹੈ 21 ਰੁਪਏ ਮਿਲੇ, ਕਦੇ 22 ਰੁਪਏ ਮਿਲੇ, ਕਦੇ 23, ਕਦੇ 24, ਕਦੇ 25, ਤਾਂ ਉਹ ਡਿਸਾਈਡ ਕਰੇਗਾ ਕਿ ਅਲੱਗ-ਅਲੱਗ ਜਿਹੜੀਆਂ ਕੀਮਤਾਂ ਨੇ ਉਹਦੇ ਤੇ ਮੈਂ ਕਿੰਨੀਆਂ ਚੀਜ਼ਾਂ ਬਾਜ਼ਾਰ ਦੇ ਵਿੱਚ ਜਿਹੜੀਆਂ ਉਹ ਭੇਜਣੀਆਂ ਨੇ। ਕਈ ਵਾਰੀ ਇਹ ਵੀ ਹਾਲਾਤ ਹੋ ਜਾਣਗੇ ਵੀ ਅਗਰ ਉਹਨੂੰ ਲਾਗਤ ਜਿਹੜੀ ਹੈ ਉਹ 20 ਰੁਪਏ ਪੈਂਦੀ ਪਈ ਹੈ ਤਾਂ ਹੋ ਸਕਦਾ ਉਹਨੂੰ ਕੀਮਤ ਵੀ 20 ਰੁਪਏ ਮਿਲੇ। ਤਾਂ ਇਹ ਕਈ ਵਾਰੀ ਇਹ ਵੀ ਹੋ ਸਕਦਾ ਵੀ ਖਰਚਾ ਪੈਂਦਾ ਪਿਆ 20 ਰੁਪਏ, ਮਤਲਬ ਉਸ ਚੀਜ਼ ਨੂੰ ਬਣਾਉਣ ਦੇ ਪੈਸੇ ਲੱਗਦੇ ਪਏ ਨੇ 20 ਰੁਪਏ, ਬਟ ਉਹਨੂੰ ਕੀਮਤ ਮਿਲਦੀ ਪਈ ਹੈ 18 ਰੁਪਏ, ਤਾਂ 2 ਰੁਪਏ ਦੇ ਨੁਕਸਾਨ ਵੀ ਹੋ ਸਕਦੇ ਨੇ, ਕੁਝ ਵੀ ਹੋ ਸਕਦਾ। ਤਾਂ ਉਹ ਡਿਸਾਈਡ ਕਰੇਗਾ ਕਿ ਮੈਂ ਕਿੰਨੀ ਕੀਮਤ ਤੇ ਕਿੰਨੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਾਜ਼ਾਰ 'ਚ ਭੇਜਣੀਆਂ ਨੇ। ਤਾਂ ਵੱਖ ਵੱਖ ਸੰਭਵ ਕੀਮਤਾਂ ਤੇ, ਮਤਲਬ ਬਹੁਤ ਸਾਰੀਆਂ ਕੀਮਤਾਂ ਜਿਹੜੀਆਂ ਨੇ ਹੋਣਗੀਆਂ, ਵੱਖ ਵੱਖ ਸੰਭਵ ਕੀਮਤਾਂ ਤੇ ਕੀ ਕਰੇਗਾ, ਵੱਖ ਵੱਖ, ਠੀਕ ਹੈ। ਜੇ ਕੀਮਤਾਂ ਵੱਖ ਵੱਖ ਹੋਣਗੀਆਂ ਤਾਂ ਮਾਤਰਾਵਾਂ ਵੀ ਕੀ ਹੋਣਗੀਆਂ, ਵੱਖ ਵੱਖ ਹੋਣਗੀਆਂ। ਤਾਂ ਪੂਰਤੀ ਤੋਂ ਭਾਵ ਕਿਸੇ ਵਸਤੂ ਦੀਆਂ ਉਹਨਾਂ ਮਾਤਰਾਵਾਂ ਤੋਂ ਹੈ ਜਿਨ੍ਹਾਂ ਨੂੰ ਇੱਕ ਉਤਪਾਦਕ ਵੱਖ ਵੱਖ ਸੰਭਵ ਕੀਮਤਾਂ ਤੇ ਵੱਖ ਵੱਖ ਮਾਤਰਾ ਵਿੱਚ ਕੀ ਕਰਦਾ ਹੈ, ਬਾਜ਼ਾਰ ਵਿੱਚ ਕੀ ਕਰਦਾ ਹੈ, ਵਿਕਣ ਲਈ ਭੇਜਦਾ ਹੈ, ਠੀਕ ਹੈ। ਮਤਲਬ ਕੀ ਹੋਏਗਾ, ਪੂਰਤੀ ਦਾ ਮਤਲਬ ਕੀ ਹੈ ਵੀ ਕਿੰਨੀਆਂ ਮਾਤਰਾਵਾਂ ਜਿਹੜੀਆਂ ਨੇ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਭੇਜਿਆ ਜਾ ਰਿਹਾ ਹੈ, ਕਿਸੇ ਵਸਤੂ ਦੀ ਕਿੰਨੀ ਕੁਆਂਟੀਟੀ ਬਾਜ਼ਾਰ 'ਚ ਭੇਜੀ ਜਾ ਰਹੀ ਹੈ, ਕਿਸ ਚੀਜ਼ ਤੇ, ਵੱਖ ਵੱਖ ਸੰਭਵ ਕੀਮਤਾਂ ਤੇ। ਜਿਵੇਂ ਅਗਰ ਆਪਾਂ ਇਹਦੀ ਐਗਜ਼ਾਮਪਲ ਲਈਏ ਤਾਂ ਆਪਾਂ ਕੀ ਕੀਤਾ, ਆਪਾਂ ਇੱਕ ਟੇਬਲ ਬਣਾ ਲੈਂਦੇ ਆ, ਆਪਾਂ ਇੱਥੇ ਲਿਖਤਾ ਕੀਮਤ, ਠੀਕ ਹੈ, ਆਪਾਂ ਇੱਥੇ ਲਿਖਤੀ ਪੂਰਤੀ ਵੀ ਉਹ ਕਿੰਨੀ ਚੀਜ਼ ਬਾਜ਼ਾਰ 'ਚ ਭੇਜੇਗਾ, ਠੀਕ ਹੈ। ਮੰਨ ਲਓ ਉਹਨੂੰ ਕੀਮਤ ਮਿਲਦੀ ਪਈ ਹੈ ਆਦੀ ਚੀਜ਼ ਦੀ 10 ਰੁਪਏ, ਠੀਕ, ਤਾਂ ਉਹ ਕਹਿੰਦਾ ਹੈ ਕਿ 10 ਰੁਪਏ ਕੀਮਤ, ਕਹਿੰਦੇ ਤਾਂ ਬਹੁਤ ਘੱਟ ਹੈ, ਇੱਥੇ ਤਾਂ ਮੇਰੇ ਖਰਚੇ ਹੀ ਨਹੀਂ ਪੂਰੇ ਹੁੰਦੇ ਪਏ। ਜੇ ਉਹਦੇ ਖਰਚੇ ਹੀ ਪੂਰੇ ਨਹੀਂ ਹੁੰਦੇ ਪਏ, ਉਹ ਕਹਿੰਦਾ ਰਹਿਣ ਦੋ, ਮੈਂ ਨਹੀਂ ਭੇਜਦਾ, ਉਹ ਕਹਿੰਦਾ ਵੇਟ ਕਰਾਂਗਾ ਰੇਟ ਦੇ ਵਧਣ ਦੀ, ਤਾਂ ਉਹ ਕਹਿੰਦਾ ਨਾ ਮੈਂ ਤਾਂ ਭੇਜਦਾ ਹੀ ਨਹੀਂ, ਤਾਂ ਮੇਰੀ ਪੂਰਤੀ ਜ਼ੀਰੋ। ਧਿਆਨ ਨਾਲ, ਪੂਰਤੀ ਜ਼ੀਰੋ ਹੋ ਸਕਦੀ ਹੈ। ਪੂਰਤੀ ਜ਼ੀਰੋ ਕਿਉਂ ਹੋ ਸਕਦੀ ਹੈ, ਮੰਨ ਲਓ ਵੀ ਇੱਕ ਉਤਪਾਦਕ ਜਿਹੜਾ ਹੈ ਉਹਨੂੰ ਇਹ ਲੱਗਦਾ ਹੈ ਕਿ ਜਦੋਂ ਮੈਂ ਚੀਜ਼ ਬਾਜ਼ਾਰ 'ਚ ਭੇਜਦਾ ਤਾਂ ਮੇਰੇ ਖਰਚੇ ਹੀ ਪੂਰੇ ਨਹੀਂ ਹੁੰਦੇ, ਮੇਰੀਆਂ ਲਾਗਤਾਂ ਹੀ ਪੂਰੀਆਂ ਨਹੀਂ ਹੁੰਦੀਆਂ, ਤਾਂ ਮੇਰੇ ਪੈਸੇ ਹੀ ਪੂਰੇ ਨਹੀਂ ਹੁੰਦੇ ਪਏ, ਤਾਂ ਮੈਂ ਨੁਕਸਾਨ ਥੋੜੀ ਚੱਕਣਾ ਹੈ, ਤਾਂ ਮੈਂ ਤਾਂ ਨਹੀਂ ਚੀਜ਼ ਬਾਜ਼ਾਰ 'ਚ ਭੇਜਦਾ। ਤਾਂ ਉਹ ਕੀ ਕਰੇਗਾ, ਉਹ ਬਿਲਕੁਲ ਵੀ ਪੂਰਤੀ ਜਿਹੜੀ ਹੈ ਉਹ ਨਹੀਂ ਕਰੇਗਾ। ਤਾਂ ਪੂਰਤੀ ਕਿੰਨੀ ਹੋ ਜਾਏਗੀ, ਜ਼ੀਰੋ ਹੋ ਜਾਏਗੀ, ਠੀਕ ਹੈ। ਅਗਰ ਮੰਨ ਲਓ ਵੀ ਉਹਨੂੰ ਰੇਟ ਮਿਲਦਾ ਹੈ 15 ਰੁਪਏ, ਠੀਕ, ਉਹ ਕਹਿੰਦਾ ਹਾਂ ਠੀਕ ਹੈ, ਹੁਣ ਮਤਲਬ ਜਾਇਜ਼ ਰੇਟ ਮਿਲਦਾ ਪਿਆ, ਤਾਂ ਮੈਂ ਕੀ ਕਰਦਾ, ਆਦੀਆਂ 3 ਚੀਜ਼ਾਂ ਜਿਹੜੀਆਂ ਨੇ ਉਹ ਬਾਜ਼ਾਰ 'ਚ ਭੇਜਦਾ। ਮੰਨ ਲਓ ਕਿ ਆਪਾਂ ਪੂਰਤੀ ਜਿਹੜੀ ਹੈ ਉਹਨੂੰ ਆਪਾਂ 1000 ਦੇ ਵਿੱਚ ਮਾਪਦੇ ਪਿਆ, ਠੀਕ ਹੈ। ਤਾਂ ਉਹ ਕਹਿੰਦਾ ਕਿ ਮੈਂ ਅਗਰ ਮੈਨੂੰ 15 ਰੁਪਏ ਮਿਲਣਗੇ ਨਾ ਤਾਂ ਮੈਂ 3000 ਚੀਜ਼ਾਂ ਜਿਹੜੀਆਂ ਨੇ ਉਹ ਬਾਜ਼ਾਰ 'ਚ ਭੇਜਾਂਗਾ, ਠੀਕ। ਅਗਰ ਮੰਨ ਲਓ ਕਹਿੰਦਾ ਮੈਨੂੰ 20 ਰੁਪਏ ਮਿਲਦੇ ਪਏ ਨੇ ਆਦੇ ਰੇਟ ਦੇ, ਉਹ ਕਹਿੰਦਾ ਹੁਣ ਮੈਨੂੰ ਫਾਇਦੇ ਹੁੰਦੇ ਪਏ ਨੇ, ਤਾਂ ਫਾਇਦੇ ਹੁੰਦੇ ਪਏ ਨੇ, ਉਹ ਕਹਿੰਦਾ ਚਲੋ ਇਹ ਕਰਦੇ ਆ, ਮੈਂ 10 ਚੀਜ਼ਾਂ ਬਾਜ਼ਾਰ 10000 ਚੀਜ਼ਾਂ ਬਾਜ਼ਾਰ 'ਚ ਭੇਜ ਦਿੰਦਾ, ਠੀਕ। ਅਗਰ ਉਹ ਕਹਿੰਦਾ ਹੈ ਕਿ ਮੈਨੂੰ ਰੇਟ ਮਿਲਦਾ ਪਿਆ 25 ਰੁਪਏ, ਉਹ ਕਹੇਗਾ ਯਾਰ ਇਹ ਤਾਂ ਬਹੁਤ ਵਧੀਆ ਰੇਟ ਮਿਲਦਾ ਪਿਆ, ਤਾਂ ਕੀ ਕਰਦਾ, ਮੈਂ 20000 ਚੀਜ਼ਾਂ ਜਿਹੜੀਆਂ ਨੇ ਉਹ ਬਾਜ਼ਾਰ 'ਚ ਭੇਜ ਦਿੰਦਾ, ਠੀਕ। ਅਗਰ ਉਹ ਕਹਿੰਦਾ ਮੈਨੂੰ ਰੇਟ ਮਿਲਦਾ ਪਿਆ 30 ਰੁਪਏ ਆਦੀ ਚੀਜ਼ ਦਾ, ਉਹਨੂੰ ਲੱਗਦਾ ਇਸ ਤੋਂ ਜ਼ਿਆਦਾ ਰੇਟ ਤਾਂ ਮਿਲ ਹੀ ਨਹੀਂ ਸਕਦਾ, ਉਹਨੇ ਪੂਰਾ ਹਿਸਾਬ ਕਿਤਾਬ ਲਗਾ ਲਿਆ, ਉਹਨੇ ਸੋਚ ਲਿਆ ਵੀ ਜੋ ਮਰਜ਼ੀ ਹੋ ਜਾਵੇ ਇਸ ਤੋਂ ਜ਼ਿਆਦਾ ਰੇਟ ਜਿਹੜਾ ਨਾ ਉਹ ਮਿਲਣ ਦੀ ਕੋਈ ਉਮੀਦ ਨਹੀਂ ਹੈਗੀ। ਤਾਂ ਕਹੇਗਾ ਭਈਆ ਹੁਣ ਤਾਂ ਜਿੰਨੀਆਂ ਹੈਗੀਆਂ ਨੇ ਨਾ ਸਾਰੀਆਂ ਵੇਚ ਦਿਓ, ਕੁਝ ਨਹੀਂ ਛੱਡਣਾ, ਇੱਕ ਚੀਜ਼ ਨਹੀਂ ਛੱਡਣੀ, ਸਾਰਾ ਕੱਢ ਦਿਓ ਸਮਾਨ। ਤਾਂ ਉਹ ਕਹਿੰਦਾ ਆਪਣੇ ਕੋਲ ਟੋਟਲ ਨਾ 35000 ਚੀਜ਼ਾਂ ਪਈਆਂ ਨੇ, ਉਹ ਕਹਿੰਦਾ 35000 ਦੀਆਂ 35000 ਵੇਚ ਦਿਓ, ਇੱਕ ਨਾ ਛੱਡੋ। ਤਾਂ ਕੀ ਹੋਊਗਾ, ਹੁਣ ਦੇਖੋ ਤੁਹਾਡੇ ਕੋਲ ਕੀ ਆਇਆ, ਤੁਹਾਡੇ ਕੋਲ ਵੱਖ ਵੱਖ ਕੀਮਤਾਂ ਆਈਆਂ, ਕਦੇ 10 ਰੁਪਏ ਹੈ, ਕਦੇ 15 ਰੁਪਏ ਹੈ, ਕਦੇ 20 ਰੁਪਏ ਹੈ, ਕਦੇ 25 ਰੁਪਏ ਹੈ, ਕਦੇ 30 ਰੁਪਏ ਹੈ। ਉਹਦੇ ਉੱਪਰ ਉਹ ਕੀ ਕਰ ਰਿਹਾ ਹੈ, ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਉਹ ਪੂਰਤੀ ਕਰ ਰਿਹਾ ਹੈ। ਕਦੇ ਉਹ ਕਹਿੰਦਾ 10 ਰੁਪਏ ਤੇ ਤਾਂ ਮੈਂ ਚੀਜ਼ ਵੇਚਣ ਨੂੰ ਹੀ ਤਿਆਰ ਨਹੀਂ ਹੈਗਾ, ਇੱਥੇ ਤਾਂ ਮੇਰੇ ਖਰਚੇ ਹੀ ਪੂਰੇ ਨਹੀਂ ਹੁੰਦੇ, ਮੈਂ ਤਾਂ ਵੇਚਦਾ ਹੀ ਨਹੀਂ,
फिर अगर कहते 15 रुपए है तो 3000 चीज़ा बेचांगा, 20 रुपए है तो 10,000 चीज़ा बेचांगा, 25 रुपए है तो 20,000 चीज़ा बेचांगा, 30 रुपए है तो 35,000 चीज़ा बेचांगा। तो की होया ਤੁਹਾਡੇ ਕੋਲ ਵੱਖ-ਵੱਖ ਸੰਭਵ ਕੀਮਤਾਂ ਜਿਹੜੀਆਂ ਨੇ ਉਹ ਆ ਗਈਆਂ। ਅਗਰ ਕੀਮਤਾਂ ਅਲੱਗ-ਅਲੱਗ ਨੇ ਤਾਂ ਉਹਦੇ ਤੇ ਉਹਨੇ ਕੀ ਕੀਤਾ, ਤੁਹਾਨੂੰ ਆ 5 ਆਪਸ਼ਨ ਜਿਹੜੇ ਨੇ ਉਹ ਪੂਰਤੀ ਦੇ ਵੀ ਦਿੱਤੇ, ਮਤਲਬ ਵੱਖ-ਵੱਖ ਮਾਤਰਾ ਆ ਗਈ ਜਿਹੜੀ ਉਹਨੇ ਬਾਜ਼ਾਰ 'ਚ ਵਿਕਣ ਵਾਸਤੇ ਭੇਜਣੀ ਹੈ। ਤਾਂ ਆ ਜੋ ਤੁਹਾਡੇ ਸਾਹਮਣੇ ਟੇਬਲ ਜਿਹਾ ਬਣਿਆ ਪੈਣਾ, ਇਹਨੂੰ ਆਪਾਂ ਕਵਾਂਗੇ ਪੂਰਤੀ। ਤਾਂ ਪੂਰਤੀ ਕੀ ਹੈ, ਧਿਆਨ ਰੱਖਣਾ ਹੈ ਕਿ ਪੂਰਤੀ ਵਿੱਚ ਕੀ ਹੋਏਗਾ, ਵੱਖ-ਵੱਖ ਕੀਮਤਾਂ ਹੋਣਗੀਆਂ, ਉਹਨਾਂ ਵਿੱਚੋਂ ਹਰੇਕ ਕੀਮਤ ਦੇ ਸਾਹਮਣੇ ਕੀ ਹੋਏਗਾ, ਇੱਕ ਪੂਰਤੀ ਹੋਏਗੀ। ਵੀ ਦੇਖੋ ਜੀ ਅਗਰ ਕੀਮਤ ਇੰਨੀ ਹੈ ਤਾਂ ਪੂਰਤੀ ਇੰਨੀ, 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 ਕੀਮਤ ਇੰਨੀ ਹੈ ਤਾਂ ਪੂਰਤੀ ਇੰਨੀ। ਤਾਂ ਅਗਰ ਕੀਮਤਾਂ ਜਿਹੜੀਆਂ ਨੇ ਉਹ ਵੱਖ-ਵੱਖ ਹੋਣਗੀਆਂ ਤਾਂ ਉਹਦੇ ਸਾਹਮਣੇ ਜਿਹੜੀ ਪੂਰਤੀ ਹੈ ਉਹ ਵੀ ਕੀ ਹੋਏਗਾ, ਵੱਖ-ਵੱਖ ਹੋਏਗੀ। ਤਾਂ ਇਹਨੂੰ ਆਪਾਂ ਕੀ ਕਹਿ ਦਿਆਂਗੇ, ਪੂਰਤੀ ਜਿਹੜੀ ਹੈ ਉਹ ਕਹਿ ਦਿਆਂਗੇ। ਤਾਂ ਪੂਰਤੀ ਵੱਖ-ਵੱਖ ਸੰਭਵ ਕੀਮਤਾਂ ਤੇ ਵੱਖ-ਵੱਖ ਮਾਤਰਾਵਾਂ ਜੋ ਇੱਕ ਉਤਪਾਦਕ ਦੁਆਰਾ ਬਾਜ਼ਾਰ ਦੇ ਵਿੱਚ ਵਿਕਣ ਵਾਸਤੇ ਭੇਜੀਆਂ ਜਾਂਦੀਆਂ ਨੇ, ਉਹਨੂੰ ਆਪਾਂ ਕਹਿ ਦਿੰਦੇ ਆ ਪੂਰਤੀ। ਠੀਕ ਹੈ, ਹੁਣ ਇੱਕ ਵਰਡ ਜਿਹੜਾ ਨਾ ਉਹ ਆਪਣੇ ਕੋਲ ਹੋਰ ਆਂਦਾ ਹੈ, ਉਹਨੂੰ ਆਪਾਂ ਕਹਿੰਦੇ ਆ ਪੂਰਤੀ ਦੀ ਮਾਤਰਾ। ਠੀਕ ਹੈ, ਪੂਰਤੀ ਦੀ ਮਾਤਰਾ। ਆਮ ਤੌਰ ਤੇ ਆਪਾਂ ਕੀ ਕਰਦੇ ਆ, ਪੂਰਤੀ ਤੇ ਪੂਰਤੀ ਦੀ ਮਾਤਰਾ ਇਹਨੂੰ ਆਪਾਂ ਇੱਕੋ ਹੀ ਸਮਝ ਲੈਂਦੇ ਆ ਵੀ ਪੂਰਤੀ ਤੇ ਪੂਰਤੀ ਦੀ ਮਾਤਰਾ ਨਾਲ ਇੱਕੋ ਹੀ ਚੀਜ਼ ਹੈ। ਨਹੀਂ, ਜਿਹੜਾ ਪੂਰਤੀ ਹੈ ਇਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਹੈ ਸਪਲਾਈ। ਕੀ ਕਹਿੰਦੇ ਆ, ਸਪਲਾਈ। ਜਿਹੜੀ ਪੂਰਤੀ ਦੀ ਮਾਤਰਾ ਹੈ ਇਹਨੂੰ ਆਪਾਂ ਕਹਿੰਦੇ ਆ ਕੁਆਂਟੀਟੀ ਸਪਲਾਈਡ। ਹੁਣ ਦੇਖੋ ਇੱਕ ਹੈ ਸਪਲਾਈ, ਇੱਕ ਹੈ ਕੁਆਂਟੀਟੀ ਸਪਲਾਈਡ, ਦੋਨੋਂ ਵਰਡ ਅਲੱਗ-ਅਲੱਗ ਹੈ। ਤਾਂ ਹੁਣ ਫਰਕ ਕੀ ਹੈ, ਜਦੋਂ ਆਪਾਂ ਪੂਰਤੀ ਦੀ ਗੱਲ ਕਰਦੇ ਹਾਂ ਤਾਂ ਆਪਣੇ ਕੋਲ ਕੀ ਹੁੰਦਾ ਹੈ, ਆਪਣੇ ਕੋਲ ਬਹੁਤ ਸਾਰੀਆਂ ਕੀਮਤਾਂ ਹੁੰਦੀਆਂ ਨੇ, ਉਹਦੇ ਮੁਤਾਬਿਕ ਬਹੁਤ ਸਾਰੀਆਂ ਪੂਰਤੀ ਹੁੰਦੀਆਂ ਨੇ। ਪਰ ਜਦੋਂ ਆਪਾਂ ਪੂਰਤੀ ਦੀ ਮਾਤਰਾ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਕੀ ਹੋਏਗਾ, ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਵਿਸ਼ੇਸ਼ ਕੀਮਤ ਹੋਏਗੀ। ਵਿਸ਼ੇਸ਼ ਮਤਲਬ ਖਾਸ, यानी ਇਹਦੇ ਚ ਕੀ ਹੋਏਗਾ, ਆਪਣੇ ਕੋਲ ਸਿਰਫ ਇੱਕ ਕੀਮਤ ਹੋਏਗੀ। ਮਤਲਬ ਜਿਵੇਂ ਤੁਹਾਡੇ ਸਾਹਮਣੇ ਟੇਬਲ ਜਿਹਾ ਬਣਿਆ ਬਣਾ 10 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ, ਤੁਹਾਡੇ ਸਾਹਮਣੇ ਬਹੁਤ ਸਾਰੀਆਂ ਕੀਮਤਾਂ ਨੇ। ਪੂਰਤੀ ਦੀ ਮਾਤਰਾ ਦੇ ਵਿੱਚ ਬਹੁਤ ਸਾਰੀਆਂ ਕੀਮਤਾਂ ਜਿਹੜੀਆਂ ਨੇ ਉਹ ਨਹੀਂ ਹੋਣਗੀਆਂ, ਸਿਰਫ ਇੱਕ ਕੀਮਤ ਹੋਏਗੀ। ਵੀ ਲਓ ਜੀ ਇੰਨੇ ਰੁਪਏ ਰੇਟ ਚੱਲਦਾ ਪਿਆ। ਜੇ ਸੋਚੋ ਵੀ ਉਹਨੇ ਆਪਾਂ ਨੂੰ ਇਹ ਕਿਉਂ ਕਿਹਾ ਸੀ, ਜਿਹੜਾ ਟੇਬਲ ਬਣਿਆ ਪਿਆ ਹੈ ਉਹਨੇ ਆਪਾਂ ਨੂੰ ਕਿਉਂ ਕਿਹਾ, ਵੀ ਲੋ ਜੀ ਮੈਂ ਇੱਥੇ ਤਾਂ ਪੂਰਤੀ ਕਰਦਾ ਨਹੀਂ, ਇੱਥੇ ਮੈਂ 3000 ਚੀਜ਼ਾਂ ਭੇਜਾਂਗਾ, ਇੱਥੇ 10,000 ਭੇਜਾਂਗਾ, ਇੱਥੇ 20,000 ਭੇਜਾਂਗਾ, ਇੱਥੇ 35,000 ਭੇਜਾਂਗਾ। ਉਹ ਆਪਾਂ ਨੂੰ ਕਿਉਂ ਕਹਿ ਰਿਹਾ, ਉਹ ਇਸ ਕਰਕੇ ਕਹਿ ਰਿਹਾ ਹੈ ਕਿਉਂਕਿ ਆਪਾਂ ਨੂੰ ਅਲੱਗ-ਅਲੱਗ ਕੀਮਤਾਂ ਜਿਹੜੀਆਂ ਨੇ ਉਹ ਆਫਰ ਕਰਦੇ ਪਿਆ। ਵੀ ਲੈ ਵੀ ਅੱਛਾ 10 ਰੁਪਏ ਕੀਮਤ ਹੋਏਗੀ ਤਾਂ ਕਿੰਨੀਆਂ ਭੇਜੇਗਾ, 15 ਰੁਪਏ ਕੀਮਤ ਹੋਏਗੀ ਤਾਂ ਕਿੰਨੀਆਂ ਭੇਜੇਗਾ, 20 ਰੁਪਏ ਕੀਮਤ ਹੋਏਗੀ ਤਾਂ ਕਿੰਨੀਆਂ ਭੇਜੇਗਾ, 25 ਕੀਮਤ ਹੋਏਗੀ ਤਾਂ ਕਿੰਨੀਆਂ ਭੇਜੇਗਾ, 30 ਰੁਪਏ ਕੀਮਤ ਹੋਏਗੀ ਤਾਂ ਕਿੰਨੀਆਂ ਭੇਜਾਂਗਾ। ਉਹ ਕਹਿੰਦਾ ਜੇ ਤੁਸੀਂ ਮੈਨੂੰ ਵੱਖਰੀਆਂ ਕੀਮਤਾਂ ਦਿਓਗੇ ਨਾ ਤਾਂ ਮੈਂ ਹਰੇਕ ਕੀਮਤ ਦੇ ਸਾਹਮਣੇ ਤੁਹਾਨੂੰ ਆਦੀ ਅਲੱਗ ਪੂਰਤੀ ਦੱਸਾਂਗਾ। ਵੀ ਜੇ ਕੀਮਤ ਹੈ ਨਹੀਂ ਪੂਰਤੀ ਹੈ ਨਹੀਂ, ਕੀਮਤ ਹੈ ਨਹੀਂ ਪੂਰਤੀ ਹੈ ਨਹੀਂ। ਪਰ ਜੇ ਤੁਸੀਂ ਮੈਨੂੰ ਇੱਕ ਹੀ ਕੀਮਤ ਦੱਸੋ ਵੀ ਇੱਕੋ ਹੀ ਕੀਮਤ ਹੈ, ਹੁਣ ਇਸ ਕੀਮਤ ਤੇ 10 ਕਿੰਨੀਆਂ ਚੀਜ਼ਾਂ ਭੇਜੇਗਾ। ਅਗਰ ਮੰਨ ਲਓ ਮੈਂ ਇਹਨੂੰ ਕਹਾਂ ਕਿ ਲੈ ਵੀ ਕੀਮਤ ਜਿਹੜੀ ਹੈ ਨਾ ਉਹ 20 ਰੁਪਏ ਹੈ, ਬਸ ਤੇਰੇ ਕੋਲ ਹੋਰ ਕੋਈ ਆਪਸ਼ਨ ਜਿਹੜੇ ਨੇ ਉਹ ਨਹੀਂ ਹੈਗੇ, ਮਤਲਬ 10 15 25 30 ਕੋਈ ਆਪਸ਼ਨ ਨਹੀਂ ਹੈ, ਇੱਕੋ ਕੀਮਤ ਹੈਗੀ 20 ਰੁਪਏ 10। ਹੁਣ 20 ਰੁਪਏ ਤੇ 10 ਕਿੰਨੀਆਂ ਚੀਜ਼ਾਂ ਭੇਜੇਗਾ। ਉਹ ਕਹਿੰਦਾ ਜੇ 20 ਰੁਪਏ ਕੀਮਤ ਹੋਏਗੀ ਨਾ ਤਾਂ ਮੈਂ 10,000 ਚੀਜ਼ਾਂ ਵੇਚਾਂਗਾ। ਹੁਣ ਸੋ ਮਤਲਬ ਕੀ ਹੋਇਆ ਵੀ ਜਦੋਂ ਆਪਾਂ ਨੂੰ ਇੱਕ ਵਿਸ਼ੇਸ਼ ਕੀਮਤ ਦੱਸੀ ਤਾਂ ਉਹ ਕੀ ਕਰੇਗਾ, ਉਸ ਇੱਕ ਵਿਸ਼ੇਸ਼ ਕੀਮਤ ਤੇ ਆਪਾਂ ਨੂੰ ਇੱਕ ਵਿਸ਼ੇਸ਼ ਮਾਤਰਾ ਦੱਸੇਗਾ। ਅਗਰ ਆਪਾਂ ਨੂੰ ਕੀਮਤ ਇੱਕ ਦਿਆਂਗੇ ਤਾਂ ਉਸ ਕੀਮਤ ਦੇ ਸਾਹਮਣੇ ਆਪਾਂ ਨੂੰ ਮਾਤਰਾ ਵੀ ਉਹ ਇੱਕ ਹੀ ਦੱਸੇਗਾ ਜਿਹੜੀ ਉਹਨੇ ਕੀ ਕਰਨੀ ਹੈ, ਬਾਜ਼ਾਰ ਦੇ ਵਿੱਚ ਭੇਜਣੀ ਹੈ। ਤਾਂ ਇਹਨੂੰ ਆਪਾਂ ਕੀ ਕਵਾਂਗੇ, ਪੂਰਤੀ ਦੀ ਮਾਤਰਾ ਕਵਾਂਗੇ। ਤਾਂ ਪੂਰਤੀ ਦੀ ਮਾਤਰਾ ਚ ਕੀ ਹੋਏਗਾ, ਆਪਣੇ ਕੋਲ ਅਲੱਗ-ਅਲੱਗ ਕੀਮਤਾਂ ਜਿਹੜੀਆਂ ਨੇ ਉਹ ਨਹੀਂ ਹੋਣਗੀਆਂ, ਉਹਦੇ ਸਾਹਮਣੇ ਆਪਣੇ ਕੋਲ ਅਲੱਗ-ਅਲੱਗ ਮਾਤਰਾਵਾਂ ਜਿਹੜੀਆਂ ਨੇ ਉਹ ਨਹੀਂ ਹੋਣਗੀਆਂ। ਪੂਰਤੀ ਦੇ ਵਿੱਚ ਕੀ ਹੋਏਗਾ, ਪੂਰਤੀ ਦੀ ਮਾਤਰਾ ਦੇ ਵਿੱਚ ਸਿਰਫ ਇੱਕ ਕੀਮਤ ਹੋਏਗੀ, ਉਹਦੇ ਸਾਹਮਣੇ ਇੱਕ ਹੀ ਮਾਤਰਾ ਹੋਏਗੀ, ਉਹਨੂੰ ਆਪਾਂ ਕਹਿ ਦਿਆਂਗੇ ਪੂਰਤੀ ਦੀ ਮਾਤਰਾ। ਤਾਂ ਪੂਰਤੀ ਤੇ
ਤੇ ਪੂਰਤੀ ਦੀ ਮਾਤਰਾ ਦੇ ਵਿੱਚ ਕੀ ਫਰਕ ਹੈ ਵੀ ਪੂਰਤੀ ਵਿੱਚ ਬਹੁਤ ਸਾਰੀਆਂ ਕੀਮਤਾਂ ਹੁੰਦੀਆਂ ਨੇ, ਉਹਦੇ ਸਾਹਮਣੇ ਬਹੁਤ ਸਾਰੀਆਂ ਮਾਤਰਾਵਾਂ ਹੁੰਦੀਆਂ ਨੇ, ਪਰ ਪੂਰਤੀ ਦੀ ਮਾਤਰਾ ਦੇ ਵਿੱਚ ਆਪਣੇ ਕੋਲ ਸਿਰਫ ਇੱਕ ਕੀਮਤ ਹੁੰਦੀ ਹੈ, ਉਸ ਇੱਕ ਕੀਮਤ ਦੇ ਵਿੱਚ ਸਾਹਮਣੇ ਆਪਣੇ ਕੋਲ ਇੱਕ ਹੀ ਮਾਤਰਾ ਹੁੰਦੀ ਹੈ। ਤਾਂ ਜੇ ਇੱਕ ਕੀਮਤ ਉਹਦੇ ਸਾਹਮਣੇ ਇੱਕ ਮਾਤਰਾ ਤਾਂ ਉਹ ਕੀ ਹੈ, ਉਹਨੂੰ ਆਪਾਂ ਕਹਾਂਗੇ ਪੂਰਤੀ ਦੀ ਮਾਤਰਾ। ਪਰ ਜੇ ਬਹੁਤ ਸਾਰੀਆਂ ਕੀਮਤਾਂ ਨੇ ਉਹਦੇ ਸਾਹਮਣੇ ਬਹੁਤ ਸਾਰੀਆਂ ਮਾਤਰਾਵਾਂ ਨੇ, ਉਹਨੂੰ ਆਪਾਂ ਕਹਾਂਗੇ ਪੂਰਤੀ। ਧਿਆਨ ਰੱਖਣਾ ਵੀ ਜੇ ਬਹੁਤ ਸਾਰੀਆਂ ਕੀਮਤਾਂ ਉਹਦੇ ਸਾਹਮਣੇ ਬਹੁਤ ਸਾਰੀਆਂ ਮਾਤਰਾਵਾਂ ਦਿੱਤੀਆਂ ਨੇ ਤਾਂ ਉਹ ਪੂਰਤੀ ਹੈ, ਪਰ ਅਗਰ ਇੱਕ ਕੀਮਤ ਦਿੱਤੀ ਹੈ, ਉਸ ਇੱਕ ਕੀਮਤ ਦੇ ਸਾਹਮਣੇ ਇੱਕ ਹੀ ਮਾਤਰਾ ਦਿੱਤੀ ਹੈ, ਉਹਨੂੰ ਆਪਾਂ ਪੂਰਤੀ ਦੀ ਮਾਤਰਾ ਜਿਹੜੀ ਹੈ ਉਹ ਕਹਿ ਦਿਆਂਗੇ। ਤਾਂ ਇਹ ਡਿਫਰੈਂਸ ਹੈ ਪੂਰਤੀ ਤੇ ਪੂਰਤੀ ਦੀ ਮਾਤਰਾ ਦੇ ਵਿੱਚ। ਇੱਕ ਡਿਫਰੈਂਸ ਜਿਹੜਾ ਹੈ ਉਹ ਆਪਾਂ ਹੋਰ ਕਰਦੇ ਹਾਂ। ਆਮ ਤੌਰ ਤੇ ਆਪਣੇ ਕੋਲ ਇੱਕ ਵਰਡ ਜਿਹੜਾ ਹੈ ਉਹ ਹੋਰ ਆ ਜਾਂਦਾ ਹੈ, ਜਿਹਨੂੰ ਵੀ ਆਪਾਂ ਆਮ ਤੌਰ ਤੇ ਕੀ ਕਰਦੇ ਹਾਂ, ਪੂਰਤੀ ਦੇ ਨਾਲ ਆਪਾਂ ਕਨਫਿਊਜ਼ ਕਰ ਲੈਂਦੇ ਹਾਂ। ਤਾਂ ਉਹ ਵਰਡ ਜਿਹੜਾ ਹੈ ਉਹ ਹੈ ਆਪਣੇ ਕੋਲ ਸਟਾਕ। ਕੀ ਹੈਗਾ? ਸਟਾਕ। ਸਟਾਕ ਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਭੰਡਾਰ। ਠੀਕ ਹੈ। ਹੁਣ ਕਈ ਵਾਰੀ ਆਪਾਂ ਪੂਰਤੀ ਤੇ ਸਟਾਕ ਨੂੰ ਆਪਾਂ ਇੱਕੋ ਸਮਝ ਲੈਂਦੇ ਆ ਕਿ ਪੂਰਤੀ ਤੇ ਸਟਾਕ ਇੱਕੋ ਚੀਜ਼ ਹੈ। ਨਹੀਂ, ਪੂਰਤੀ ਤੇ ਸਟਾਕ ਇੱਕ ਚੀਜ਼ ਨਹੀਂ ਹੈਗੀ। ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪੂਰਤੀ ਹੈ ਉਹ ਕੀ ਹੈ, ਉਹ ਸਟਾਕ ਯਾਨੀ ਕਿ ਭੰਡਾਰ ਦਾ ਇੱਕ ਭਾਗ ਹੈ, ਇੱਕ ਕੀ ਹੈ, ਹਿੱਸਾ ਹੈ। ਕਹਿੰਦਾ ਮਤਲਬ ਕੀ ਹੋਇਆ? ਕਹਿਣ ਦਾ ਮਤਲਬ ਇਹ ਹੋਇਆ ਕਿ ਭੰਡਾਰ ਯਾਨੀ ਕਿ ਸਟਾਕ ਦਾ ਮਤਲਬ ਕੀ ਹੈ ਵੀ ਇੱਕ ਉਤਪਾਦਕ ਜਿਹੜਾ ਹੈ ਉਹਦੇ ਕੋਲ ਟੋਟਲ ਕਿੰਨੀਆਂ ਚੀਜ਼ਾਂ ਦਾ ਭੰਡਾਰ ਪਿਆ ਹੈ। ਮਤਲਬ ਇੱਕ ਉਤਪਾਦਕ ਜਿਹੜਾ ਹੈ ਉਹਦੇ ਕੋਲ ਕਿੰਨੀਆਂ ਚੀਜ਼ਾਂ ਦਾ ਸਟਾਕ ਪਿਆ। ਹੁਣ ਕੀ ਹੋਏਗਾ, ਅਗਰ ਆਪਾਂ ਯਾਦ ਕਰੋ ਇੱਕ ਹੁਣੇ ਵਰਡ ਕੀਤਾ ਸੀ ਉਤਪਾਦਨ। ਇੱਕ ਉਤਪਾਦਕ ਨੇ ਉਤਪਾਦਨ ਕੀਤਾ, ਕਿੰਨੇ ਦਾ? ਉਹ ਕਹਿੰਦਾ ਲੋ ਜੀ ਮੈਂ ਤਾਂ 100 ਮਾਰਕਰ ਜਿਹੜੇ ਨੇ ਉਹ ਬਣਾਏ। ਤਾਂ ਜੇ 100 ਮਾਰਕਰ ਬਣਾਏ ਤਾਂ ਮੈਂ ਕਹਾਂਗਾ ਉਹਨੇ ਉਤਪਾਦਨ ਕੀਤਾ 100 ਮਾਰਕਰ ਦਾ। ਇਸ ਟਾਈਮ ਉਹਦੇ ਕੋਲ ਕੀ ਹੈ, 100 ਮਾਰਕਰ ਮੌਜੂਦ ਨੇ। ਤਾਂ ਮੈਂ ਕਹਾਂਗਾ ਲੋ ਜੀ ਉਹਦਾ ਸਟਾਕ ਕਿੰਨਾ ਹੈ, ਉਹਦੇ ਭੰਡਾਰ ਦੇ ਵਿੱਚ ਕਿੰਨੇ ਮਾਰਕਰ ਪਏ ਨੇ? 100 ਮਾਰਕਰ ਪਏ ਨੇ। ਠੀਕ। ਪਰ ਉਹ ਕਹਿੰਦਾ ਕਿ ਮੈਨੂੰ ਨਾ ਹਾਲੀ ਇੰਨਾ ਰੇਟ ਨਹੀਂ ਮਿਲਦਾ ਪਿਆ ਕਿ ਮੈਂ 100 ਦੇ 100 ਮਾਰਕਰ ਭੇਜਾਂ। ਉਹਨੂੰ ਉਮੀਦ ਹੈ ਕਿ ਰੇਟ ਵੱਧ ਸਕਦਾ ਹੈ। ਤਾਂ ਕੀ ਕਰਦਾ, ਉਹ ਬਾਜ਼ਾਰ 'ਚ ਹੁਣ ਨਾ 100 ਮਾਰਕਰ ਨਹੀਂ ਭੇਜੇਗਾ। ਉਹ ਕੀ ਕਰੇਗਾ, ਉਹ ਹੈਗਾ ਹੀ ਕਰਦੇ ਆ ਥੋੜੇ ਬਹੁਤੇ ਮਾਰਕਰ ਨਾ ਆਦੇ ਕੋਲ ਬਚਾ ਕੇ ਰੱਖ ਲੈਂਦੇ ਆ ਵੀ ਜਦੋਂ ਕੱਲ ਨੂੰ ਰੇਟ ਵਧਿਆ ਨਾ ਤਾਂ ਉਦੋਂ ਵੇਚੂਗਾ ਜਾ ਕੇ। ਤਾਂ ਉਹ ਕਹਿੰਦਾ ਕਿ ਮੈਂ ਨਾ ਫਿਲਹਾਲ ਆ 100 ਮਾਰਕਰ ਦੇ ਵਿੱਚੋਂ ਮੈਂ ਨਾ 70 ਮਾਰਕਰ ਜਿਹੜੇ ਨੇ ਉਹ ਬਾਜ਼ਾਰ 'ਚ ਭੇਜਾਂਗਾ। ਤਾਂ ਹੁਣ ਦੇਖੋ, ਹੁਣ ਜੋ ਚੀਜ਼ ਉਹਨੇ ਬਾਜ਼ਾਰ ਦੇ ਵਿੱਚ ਭੇਜੀ ਉਹ ਤਾਂ ਹੋ ਗਈ ਪੂਰਤੀ। ਠੀਕ। ਤਾਂ ਜੋ ਉਹਦੇ ਕੋਲ ਟੋਟਲ ਅਮਾਉਂਟ, ਟੋਟਲ ਚੀਜ਼ਾਂ ਮੌਜੂਦ ਨੇ ਉਹ ਕੀ ਹੈ, ਉਹ ਭੰਡਾਰ ਹੈ। ਯਾਨੀ ਹੁਣ ਤੁਸੀਂ ਕੀ ਕਹਿ ਸਕਦੇ ਹੋ, ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪੂਰਤੀ ਹੁੰਦੀ ਹੈ ਉਹ ਕੀ ਹੁੰਦੀ ਹੈ, ਉਹ ਸਟਾਕ ਦਾ ਇੱਕ ਹਿੱਸਾ ਹੁੰਦੀ ਹੈ, ਸਟਾਕ ਦਾ ਇੱਕ ਭਾਗ ਹੁੰਦੀ ਹੈ। ਕਿਉਂ? ਕਿਉਂਕਿ ਜਿਹੜੀ ਪੂਰਤੀ ਹੈ ਉਹ ਕਦੇ ਵੀ ਸਟਾਕ ਤੋਂ ਜ਼ਿਆਦਾ ਨਹੀਂ ਹੋ ਸਕਦੀ। ਜਿਵੇਂ ਅੱਗੇ ਸਮਝਾਇਆ ਸੀ ਵੀ ਜੇਕਰ ਤੁਹਾਡੇ ਕੋਲ ਭੰਡਾਰ ਦੇ ਵਿੱਚ ਟੋਟਲ 100 ਮਾਰਕਰ ਪਏ ਨੇ, ਤੁਸੀਂ ਵੱਧ ਤੋਂ ਵੱਧ ਕਿੰਨੀ ਪੂਰਤੀ ਕਰ ਸਕਦੇ ਹੋ? ਤੁਸੀਂ ਵੱਧ ਤੋਂ ਵੱਧ 100 ਚੀਜ਼ਾਂ ਬਾਜ਼ਾਰ 'ਚ ਭੇਜ ਸਕਦੇ ਹੋ, 100 ਤੋਂ ਉੱਪਰ ਨਹੀਂ ਭੇਜ ਸਕਦੇ। ਕਿਉਂ ਨਹੀਂ ਭੇਜ ਸਕਦੇ? ਕਿਉਂਕਿ 100 ਤੋਂ ਉੱਪਰ ਤੁਹਾਡੇ ਕੋਲ ਚੀਜ਼ਾਂ ਹੀ ਨਹੀਂ ਹੈਗੀਆਂ, ਤਾਂ ਭੇਜੋਗੇ ਕਿੱਥੋਂ? ਤਾਂ ਵੱਧ ਤੋਂ ਵੱਧ ਪੂਰਤੀ ਜਿਹੜੀ ਹੈ ਉਹ ਸਟਾਕ ਤੇ ਹੋ ਸਕਦੀ ਹੈ, ਜਾਂ ਕੀ ਹੋ ਸਕਦਾ ਹੈ ਵੀ ਜਿਹੜੀ ਪੂਰਤੀ ਹੈ ਉਹ ਸਟਾਕ ਤੋਂ ਘੱਟ ਹੋਏਗੀ। ਵੱਧ ਤੋਂ ਵੱਧ ਕੀ ਹੋ ਸਕਦਾ ਹੈ, ਪੂਰਤੀ ਤੇ ਸਟਾਕ ਬਰਾਬਰ ਹੋ ਸਕਦੇ ਨੇ, ਜਾਂ ਕੀ ਹੋ ਸਕਦਾ ਹੈ ਪੂਰਤੀ ਜਿਹੜੀ ਹੈ ਉਹ ਸਟਾਕ ਤੋਂ ਘੱਟ ਰਹੇਗੀ। ਪੂਰਤੀ ਕਦੇ ਵੀ ਸਟਾਕ ਤੋਂ ਜ਼ਿਆਦਾ ਨਹੀਂ ਹੋ ਸਕਦੀ। ਮਤਲਬ ਜਿੰਨੀਆਂ ਚੀਜ਼ਾਂ ਦਾ ਭੰਡਾਰ ਤੁਹਾਡੇ ਕੋਲ ਪਿਆ, ਇੱਕ ਉਤਪਾਦਕ ਹੋਣ ਦੇ ਨਾਤੇ ਅਗਰ ਤੁਸੀਂ ਬਾਜ਼ਾਰ 'ਚ ਚੀਜ਼ਾਂ ਵੇਚਣ ਜਾਓਗੇ ਤਾਂ ਜਿੰਨੀਆਂ ਚੀਜ਼ਾਂ ਤੁਹਾਡੇ ਕੋਲ ਭੰਡਾਰ ਦੇ ਵਿੱਚ ਪਈਆਂ ਨੇ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਉਨੀਆਂ ਹੀ ਚੀਜ਼ਾਂ ਜਿਹੜੀਆਂ ਉਹ ਬਾਜ਼ਾਰ 'ਚ ਭੇਜ ਸਕਦੇ ਹੋ, ਉਸ ਤੋਂ ਜ਼ਿਆਦਾ ਨਹੀਂ ਭੇਜ ਸਕਦੇ। ਵੱਧ ਤੋਂ ਵੱਧ ਜਿੰਨੀਆਂ ਹੈਗੀਆਂ ਨੇ ਸਾਰੀਆਂ ਭੇਜ ਦੋਗੇ, ਜਾਂ ਕੀ ਹੋਏਗਾ ਵੀ ਜਿੰਨੀਆਂ ਪਈਆਂ ਉਹਦੇ 'ਚੋਂ ਥੋੜੀਆਂ ਜਿਹੀਆਂ ਭੇਜ ਦਿਓਗੇ। ਯਾਨੀ ਪੂਰਤੀ ਤੇ ਸਟਾਕ ਜਿਹੜੇ ਨੇ ਉਹ ਵੱਧ ਤੋਂ ਵੱਧ ਬਰਾਬਰ ਹੋ ਸਕਦੇ ਨੇ, ਜਾਂ ਪੂਰਤੀ ਸਟਾਕ ਤੋਂ ਘੱਟ ਰਹਿ ਸਕਦੀ ਹੈ, ਪਰ ਪੂਰਤੀ ਕਦੇ ਵੀ ਸਟਾਕ ਤੋਂ ਜ਼ਿਆਦਾ ਨਹੀਂ ਹੋ ਸਕਦੀ। ਤਾਂ ਪੂਰਤੀ ਤੇ ਸਟਾਕ 'ਚ ਕੀ ਡਿਫਰੈਂਸ ਹੋਇਆ? ਉਸ ਜਿਹੜਾ ਸਟਾਕ ਹੈ ਉਹਦਾ ਮਤਲਬ ਹੋਇਆ ਵੀ ਤੁਹਾਡੇ ਕੋਲ ਟੋਟਲ ਕਿੰਨੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੌਜੂਦ ਨੇ, ਜਿਹਨੂੰ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ ਵੇਚ ਸਕਦੇ ਹੋ, ਬਾਜ਼ਾਰ ਦੇ ਵਿੱਚ ਜਾ ਕੇ ਵੇਚ ਸਕਦੇ ਹੋ।
ਪੂਰਤੀ ਕੀ ਹੈ, ਉਹਦੇ ਚੋਂ ਐਕਚੁਅਲੀ ਕਿੰਨੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਬਾਜ਼ਾਰ ਦੇ ਵਿੱਚ ਭੇਜਦੇ ਹੋ, ਉਹਨੂੰ ਆਪਾਂ ਕੀ ਕਵਾਂਗੇ, ਉਹਨੂੰ ਆਪਾਂ ਪੂਰਤੀ ਜਿਹੜੀ ਹੈ ਉਹ ਕਹਿ ਦਿਆਂਗੇ। ਗੱਲ ਕਲੀਅਰ ਹੋ ਗਈ? ਯਾਨੀ ਕੀ ਹੋਇਆ, ਹੁਣ ਆਪਾਂ ਪੂਰਤੀ, ਸਟਾਕ ਤੇ ਉਤਪਾਦਨ ਦਾ ਡਿਫਰੈਂਸ ਕਲੀਅਰ ਕਰ ਲਿਆ। ਉਤਪਾਦਨ ਕੀ ਹੋਇਆ ਵੀ ਟੋਟਲ ਕਿੰਨੀਆਂ ਚੀਜ਼ਾਂ ਬਣਾਈਆਂ, ਠੀਕ ਹੈ। ਸਟਾਕ ਮਤਲਬ ਜਿੰਨੀਆਂ ਚੀਜ਼ਾਂ ਤੁਹਾਡੇ ਭੰਡਾਰ ਦੇ ਵਿੱਚ ਮੌਜੂਦ ਨੇ। ਪੂਰਤੀ ਉਹਦੇ ਵਿੱਚੋਂ ਤੁਸੀਂ ਕਿੰਨੀਆਂ ਚੀਜ਼ਾਂ ਬਾਜ਼ਾਰ 'ਚ ਵੇਚ ਦਿੰਦੇ ਹੋ। ਹੁਣ ਕਿੰਨੀਆਂ ਚੀਜ਼ਾਂ ਵੇਚੋਗੇ, ਆਪਾਂ ਹੁਣੇ ਗੱਲ ਕੀਤੀ ਵੀ ਜਿਹੜੀ ਪੂਰਤੀ ਹੈ ਉਹ ਇਸ ਗੱਲ ਤੇ ਨਿਰਭਰ ਕਰਦੀ ਹੈ ਵੀ ਤੁਹਾਨੂੰ ਆਦੀ ਚੀਜ਼ ਦੀ ਕਿੰਨੀ ਕੀਮਤ ਜਿਹੜੀ ਹੈ ਉਹ ਮਿਲ ਰਹੀ ਹੈ। ਜੇ ਤੁਹਾਨੂੰ ਲੱਗੇਗਾ ਵੀ ਜੋ ਕੀਮਤ ਮਿਲ ਰਹੀ ਹੈ ਉਹ ਸਭ ਤੋਂ ਜ਼ਿਆਦਾ ਹੈ, ਇਸ ਤੋਂ ਵੱਧ ਕੀਮਤ ਸਾਨੂੰ ਮਿਲ ਹੀ ਨਹੀਂ ਸਕਦੀ, ਤੁਸੀਂ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਾਜ਼ਾਰ 'ਚ ਭੇਜ ਦਿਓਗੇ। ਪਰ ਜੇਕਰ ਤੁਹਾਨੂੰ ਲੱਗਦਾ ਹੈ ਵੀ ਨਹੀਂ, ਹਾਲੀ ਕੀਮਤ ਦੇ ਹੋਰ ਵਧਣ ਦੇ ਚਾਂਸਸ ਹੈਗੇ ਨੇ, ਮਤਲਬ ਹਾਲੀ ਸਾਨੂੰ ਹੋਰ ਕੀਮਤ ਮਿਲ ਸਕਦੀ ਹੈ, ਤਾਂ ਤੁਸੀਂ ਕੀ ਕਰੋਗੇ, ਸੋ ਐਂ ਕਰਦੇ ਆ ਵੀ ਜਿੰਨੀਆਂ ਚੀਜ਼ਾਂ ਹੈਗੀਆਂ ਨੇ ਥੋੜੀਆਂ ਬਹੁਤੀਆਂ ਵੇਚ ਦਿੰਦੇ ਆ, ਥੋੜੀ ਬਹੁਤਾ ਬਚਾ ਕੇ ਰੱਖ ਲੈਂਦੇ ਆ, ਵੀ ਜਦੋਂ ਕੀਮਤ ਵਧੇਗੀ ਉਦੋਂ ਵੇਚ ਲਾਂਗੇ। ਜੇਕਰ ਤੁਹਾਨੂੰ ਲੱਗਦਾ ਹੈ ਵੀ ਜੋ ਕੀਮਤ ਬਾਜ਼ਾਰ ਦੇ ਵਿੱਚ ਚੱਲ ਰਹੀ ਹੈ ਉਹਦੇ ਤੋਂ ਤੁਹਾਡੇ ਖਰਚੇ ਪੂਰੇ ਨਹੀਂ ਹੁੰਦੇ, ਤਾਂ ਤੁਸੀਂ ਕੋਈ ਵੀ ਚੀਜ਼ ਜਿਹੜੀ ਹੈ ਉਹ ਬਾਜ਼ਾਰ ਦੇ ਵਿੱਚ ਨਹੀਂ ਭੇਜੋਗੇ। ਤਾਂ ਪੂਰਤੀ ਤੇ ਸਟਾਕ ਤੇ ਉਤਪਾਦਨ ਜਿਹੜਾ ਹੈ ਇਹਨਾਂ ਦਾ ਡਿਫਰੈਂਸ ਜਿਹੜਾ ਹੈ ਉਹ ਕਲੀਅਰ ਹੋ ਜਾਣਾ ਚਾਹੀਦਾ ਹੈ। ਤਾਂ ਆਪਾਂ ਹੁਣ ਤੱਕ ਕੀ ਡਿਸਕਸ ਕੀਤਾ, ਆਪਾਂ ਡਿਸਕਸ ਕੀਤਾ ਪੂਰਤੀ ਕੀ ਚੀਜ਼ ਹੁੰਦੀ ਹੈ, ਨੰਬਰ 2 ਪੂਰਤੀ ਦੀ ਮਾਤਰਾ ਕੀ ਚੀਜ਼ ਹੁੰਦੀ ਹੈ, ਪੂਰਤੀ ਤੇ ਪੂਰਤੀ ਦੀ ਮਾਤਰਾ ਦੇ ਵਿੱਚ ਕੀ ਡਿਫਰੈਂਸ ਹੈ, ਤੀਸਰੀ ਆਪਾਂ ਗੱਲ ਕੀਤੀ ਵੀ ਸਟਾਕ ਕੀ ਚੀਜ਼ ਹੁੰਦਾ ਹੈ, ਸਟਾਕ ਤੇ ਸਟਾਕ ਦੀ ਜਿਹੜਾ ਹੈ ਪੂਰਤੀ ਦੇ ਵਿੱਚ ਕਿਸ ਤਰ੍ਹਾਂ ਦਾ ਅੰਤਰ ਜਿਹੜਾ ਹੈ ਉਹ ਹੋਇਆ ਕਰਦਾ ਹੈ। ਪਰ ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੋ ਯਾਦ ਰੱਖਣੀ ਹੈ ਉਹ ਇਹ ਹੈ ਕਿ ਪੂਰਤੀ ਕਦੇ ਵੀ ਸਟਾਕ ਤੋਂ ਜ਼ਿਆਦਾ ਨਹੀਂ ਹੋ ਸਕਦੀ। ਨੰਬਰ 2 ਪੂਰਤੀ ਤੇ ਪੂਰਤੀ ਦੀ ਮਾਤਰਾ ਦੋ ਅਲੱਗ-ਅਲੱਗ ਚੀਜ਼ਾਂ ਨੇ। ਪੂਰਤੀ ਹੈ ਬਹੁਤ ਸਾਰੀਆਂ ਕੀਮਤਾਂ, ਉਹਦੇ ਸਾਹਮਣੇ ਬਹੁਤ ਸਾਰੀਆਂ ਮਾਤਰਾਵਾਂ, ਪਰ ਪੂਰਤੀ ਦੀ ਮਾਤਰਾ ਦੇ ਵਿੱਚ ਸਿਰਫ ਇੱਕ ਕੀਮਤ ਹੋਏਗੀ, ਉਹਦੇ ਸਾਹਮਣੇ ਇੱਕ ਹੀ ਮਾਤਰਾ ਜਿਹੜੀ ਹੈ ਉਹ ਹੋਏਗੀ। ਤਾਂ ਇਹ ਸੀ ਆਪਣਾ ਅੱਜ ਦਾ ਲੈਕਚਰ। ਤਾਂ ਆਪਾਂ ਮਿਲਾਂਗੇ ਆਪਣੇ ਅਗਲੇ ਲੈਕਚਰ ਦੇ ਵਿੱਚ ਕੁਝ ਹੋਰ ਕਨਸੈਪਟ ਲੈ ਕੇ ਜਿਹੜੇ ਕਿ ਪੂਰਤੀ ਦੇ ਨਾਲ ਸੰਬੰਧਿਤ ਹੋਣਗੇ, ਜੋ ਆਪਾਂ ਮੰਗ ਦੇ ਨਿਯਮ ਦੇ ਵਿੱਚ ਵੀ ਕਰ ਚੁੱਕੇ ਹਾਂ। ਵੀ ਆਪਾਂ ਉਹਦੇ ਚ ਵੀ ਮੰਗ ਦਾ ਅਰਥ ਕੀਤਾ ਸੀ, ਆਪਾਂ ਉਹਦੇ ਚ ਵੀ ਮੰਗ ਦੀ ਮਾਤਰਾ ਕੀਤੀ ਸੀ। ਉਸ ਤੋਂ ਆਪਾਂ ਯਾਦ ਕਰੋ ਆਪਾਂ ਕੀਤਾ ਸੀ ਮੰਗ ਤਾਲਿਕਾ ਹੋ ਸਕਦੀ ਹੈ, ਮੰਗ ਵਕਰ ਹੋ ਸਕਦੀ ਹੈ। ਤਾਂ ਆਪਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਅਗਲੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। Till then it's goodbye from my side. Thank you very much and all the best.